चेक करो जी, 4 बंदे ਜਿਹੜੇ ਨੇ ਉਹ ਲੱਗੇ ਖੜੇ ਨੇ ਤੇ ਛੁੱਟੀ ਆਉਂਦੇ ਨੇ ਮਾਸ਼ਾਅੱਲਾ। अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ। ਕਿਸਾਨ ਵੀਰ ਭਰਾਓ, ਬਾਰੀਆ ਮਕਈ ਦੀ ਤਿਆਰੀ ਤੇ ਗੋਬਰ ਪਾਉਂਦੇ ਪਏ ਨੇ ਜਨਾਬ ਖੇਤਾਂ ਵਿੱਚ। ਤੇ ਗੋਬਰ ਖਾਦ ਹੈ ਦੇਸੀ, ਜਿਸ ਤਰੀਕੇ ਮਹਿੰਗਾਈ ਦਾ ਦੌਰ ਹੈ ਤੇ ਖਾਦਾਂ ਹੋ ਗਈਆਂ ਨੇ ਬੜੀਆਂ ਮਹਿੰਗੀਆਂ, ਤੇ ਕਿਸਾਨ ਦੋਸਤਾਂ ਨੂੰ ਜਨਾਬ ਚਾਹੀਦਾ ਵੀ ਗੋਬਰ ਖਾਦ ਜਿਹੜੀ ਹੈ ਉਹ ਲਾਜ਼ਮੀ ਪਾਵਣ। ਇੱਕ ਕਿੱਲੇ ਦੇ ਵਿੱਚ ਕਿੰਨੀਆਂ ਟਰਾਲੀਆਂ ਪਾਉਣੀਆਂ ਚਾਹੀਦੀਆਂ ਨੇ ਗੋਬਰ ਦੀਆਂ, ਤੇ ਆਓ ਪੂਰੀ ਤਫਸੀਲ ਲੈਣੇ ਆ ਜ਼ਫਰ ਭਾਈ ਤੋਂ ਤੇ ਚਲੀਏ ਗੱਲ ਕਰੀਏ। ਆ ਚੈੱਕ ਕਰੋ ਜੀ, 4 ਬੰਦੇ ਜਿਹੜੇ ਨੇ ਉਹ ਲੱਗੇ ਖੜੇ ਨੇ ਤੇ ਛੁੱਟੀ ਆਉਂਦੇ ਨੇ ਮਾਸ਼ਾਅੱਲਾ। ਇਹ ਖਲਾਰਾ ਕਰਦੇ ਜਾਂਦੇ ਨੇ ਤੇ ਮੇਰਾ ਖਿਆਲ ਹੈ ਵੀ ਜਦੋਂ ਖਾਦਾਂ ਨਹੀਂ ਹੈਗੀਆਂ ਸਨ ਤੇ ਫਸਲਾਂ ਵਾਸਤੇ ਗੋਬਰ ਦਾ ਇਸਤੇਮਾਲ ਕੀਤਾ ਜਾਂਦਾ ਸੀ, ਤੇ ਸਾਰੇ ਜ਼ਮੀਨਦਾਰ ਕਿਸਾਨ ਵੀਰ ਭਰਾ ਜਿਹੜੇ ਨੇ ਉਹ ਗੋਬਰ ਹੀ ਪਾਉਂਦੇ ਸਨ। ਤੇ ਫਿਰ ਜਦੋਂ ਖਾਦਾਂ ਆਈਆਂ ਤੇ ਲੋਕਾਂ ਨੇ ਆਖਿਆ ਵੀ ਖਾਦਾਂ ਨਹੀਂ ਪਾਉਣੀਆਂ, ਕਿਉਂਕਿ ਖਾਦਾਂ ਇੱਕ ਨਸ਼ਾ ਹੈਗੀ ਹੈ ਤੇ ਜ਼ਮੀਨ ਸਾਡੀ ਨਸ਼ੇ ਤੇ ਲੱਗ ਜਾਂਦੀ, ਲਿਹਾਜ਼ਾ ਖਾਦ ਨਾ ਪਾਓ, ਗੋਬਰ ਪਾਓ। ਤੇ ਆਓ ਚਲੀਏ ਗੱਲ ਕਰੀਏ ਜ਼ਫਰ ਭਾਈ ਨਾਲ। अस्सलाम वालेकुम जी। ਜ਼ਫਰ ਖਾਨ ਕੀ ਹਾਲ ਚਾਲ ਨੇ? ਜ਼ਫਰ ਖਾਨ ਮਾਸ਼ਾਅੱਲਾ 4 ਬੰਦੇ ਲਾ ਕੇ ਤੇ ਖੇਤਾਂ ਦੇ ਵਿੱਚ ਖਿਲਾਰਦੇ ਪਏ ਹੋ ਗੋਬਰ। ਇਹ ਮੈਨੂੰ ਦੱਸੋ ਇਹਦੇ ਕੀ ਫਾਇਦੇ ਨੇ? ਇਹਦੇ ਫਾਇਦੇ ਬੇਸ਼ੁਮਾਰ ਹਨ। ਇੱਕ ਤਾਂ ਇਹ ਹੈ ਵੀ ਜਿਹੜੀ ਹੁਣ ਆਪਾਂ ਡੀਏਪੀ ਬੜੀ ਮਹਿੰਗੀ ਹੋ ਗਈ ਹੈ ਜੀ, ਜਿਹੜਾ ਕੰਮ 2-2.5 ਬੋਰੀਆਂ ਕਰਦੀ ਹੈ ਉਹ ਹੁਣ 1 ਬੋਰੀ ਨਾਲ ਸਰ ਗਿਆ ਸੀ, ਪੈਦਾਵਾਰ ਉਨੀ ਆ ਸੀ ਇਨਸ਼ਾਅੱਲਾ। ਅੱਛਾ, ਹਾਂਜੀ। ਤੇ ਕਿੰਨੇ ਸਾਲ ਇਹ ਅਸਰ ਰੱਖੇਗੀ? ਇਹ ਪੁਰਾਣੇ ਬੰਦਿਆਂ ਦੇ ਵੀ 3-4 ਸਾਲ ਜਿਹੜਾ ਨਾ ਇਹਦਾ ਅਸਰ ਰਹਿੰਦਾ ਹੈ ਜ਼ਮੀਨ ਵਿੱਚ। ਪੁਰਾਣੇ ਬੰਦੇ ਤਾਂ ਜਦੋਂ ਖਾਦ ਨਵੀਂ ਆਈ ਸੀ ਉਹ ਆਂਦਾ ਸੀ ਖਾਦ ਨਹੀਂ ਪਾਉਣੀ ਹੈਗੀ, ਬਈ ਇਹ ਨਸ਼ੇ ਤੇ ਲੱਗ ਜਾ ਸੀ ਜ਼ਮੀਨ ਸਾਡੀ। ਉਸੇ ਹਾਲੀ ਤੇ ਕੰਮ ਚਲਾਉਂਦੇ ਆ ਤੇ ਹੁਣ ਆਪਣੇ ਕੋਲ ਆ ਟਾਈਮ ਨਹੀਂ ਵੀ ਫਸਲ ਚਾਂਦੇ ਜਾਂਦੇ ਆ, ਅੱਗੋਂ ਵੱਲੇ ਆਪਾਂ ਦੂਜੀ ਗੱਡਣੀ ਹੁੰਦੀ ਹੈ। ਅੱਛਾ, ਇਸ ਗੱਲੋਂ ਤੇ ਦੂਸਰੇ ਨੰਬਰ ਤੇ ਵੀ ਇਹਦੇ ਤੇ ਥੋੜਾ ਜਿਹਾ ਵਹਿਲ ਵਕਤ ਹੁੰਦਾ ਹੈ। ਵਕਤ ਹੁੰਦਾ ਹੈ। ਇਹ ਹੁਣ ਆਪਾਂ ਕਿੰਨੀਆਂ ਟਰਾਲੀਆਂ ਇੱਕ ਕਿੱਲੇ 'ਚ ਪਾਉਂਦੇ ਪਏ ਆ? ਇਹ ਤਕਰੀਬਨ ਕੋਈ 2-2.5 ਟਰਾਲੇ ਪਾਉਂਦੇ। ਇਹ ਟਰਾਲੇ ਪਾਉਂਦੇ ਪਏ, ਵੱਡਾ ਟਰਾਲਾ ਹੈ, ਹਾਂਜੀ। ਛੋਟੀ 4 ਕੋ ਬਣ ਜਾਂਦੀਆਂ ਨੇ। ਜ਼ਫਰ ਭਾਈ ਮੈਨੂੰ ਇਹ ਵੀ ਦੱਸਦੇ ਚੱਲੋ ਵੀ ਹੁਣ ਆਪਾਂ ਬੀ ਕਿਹੜਾ ਲਾਵਣਾ ਬਾਰੀਆ ਦਾ? ਬੀ ਦੀ ਨਾ ਪੁੱਛੋ, ਬੀ ਦੀ ਤੇ ਲਾਜ਼ਮੀ ਪੁੱਛਣੀ ਪੈਂਦੀ ਹੈ। ਬੀ ਹੈ ਜਿਹੜਾ ਟੌਪ ਦਾ ਉਤਰੇ ਠਿੱਕੀ ਹੈ। ਅੱਛਾ, ਉਹਦੀ ਬੁਕਿੰਗ ਹੋਈ ਹੈ ਦੁਕਾਨਾਂ ਨਾਲ ਕੀਤੀ ਹੈ 18,000 ਤੋਂ। ਅੱਛਾ, ਹੁਣ ਉਹਨੇ ਦਿੰਦੇ 25,000 ਦਾ ਵੀ। ਬਲੈਕ 'ਚ ਹੋ ਗਈ ਹੈ? ਬਲੈਕ ਚ ਹੋ ਗਈ, ਉਹ ਸ਼ੁਰੂ ਤੋਂ ਹੀ ਬਲੈਕ ਚ ਹੈ, ਕੋਈ ਪੁੱਛਣ ਦੱਸਣ ਵਾਲਾ ਨਹੀਂ। ਪਾਣੀ ਤੇ ਜਦੋਂ ਨੇ ਜਾਣਾ ਹੈ ਅੱਧ ਫਰਵਰੀ ਵਿੱਚ 27-28,000 ਉਹਲੇ ਅਸੀਂ ਸੇਲ ਕਰ ਸਕਦੇ। ਅੱਛਾ, ਇਹ ਮੈਨੂੰ ਦੱਸੋ ਵੀ ਲੋਕਲ ਬੀ ਲਾਣਾ ਚਾਹੀਦਾ ਹੈ ਜਾਂ ਇੰਪੋਰਟਡ ਲਾਣਾ ਚਾਹੀਦਾ ਹੈ? ਲੋਕਲ ਕਰਨਾ ਤਾਂ ਪ੍ਰਮੋਟ ਚਾਹੀਦਾ ਲੋਕਲ ਬੀ ਨੂੰ ਵੀ, ਤਾਂ ਕਿ ਜਿਹੜੇ ਇਹਨੂੰ ਨਾ ਮਾਫੀਆ ਉਤਲਾ ਇਹਨੂੰ ਖਤਮ ਕੀਤਾ ਜਾਵੇ। ਲੇਕਿਨ ਲੋਕਲ ਵੀ ਆਪਣੇ ਜਿਹੜੇ ਇਹਨੂੰ ਬੀ ਇੱਥੇ ਬਣਾਉਂਦੇ ਉਹ ਚੋਖੀ ਲੋਕਲ ਇਹਨੂੰ ਵੀ ਜਾਂ ਤਾਂ ਉਹਨਾਂ ਦੀ ਪੈਦਾਵਾਰ ਬਹੁਤ ਅੱਛੀ ਆ ਜਾਸੀ ਤੇ ਜਾਂ ਆਵਣੀ ਨਹੀਂ, ਮਤਲਬ ਰਿਸਕ ਹੈ। ਰਿਸਕ ਹੈ। ਮਸ਼ਵਰਾ ਦਿਓਗੇ ਲੈਣਾ ਤੇ ਇੰਪੋਰਟਡ ਪੈਸੀ ਦਾ, ਬੁਕਿੰਗ ਕਰਾ ਲਵਣ। ਤੇ ਹਕੂਮਤ ਜਿਹੜੀ ਹੈ ਨਾਕਾਮ ਹੈ। ਜਦੋਂ ਗੱਲਾ ਮੰਡੀ ਦੇ ਵਿੱਚ ਕਣਕ ਦਾ ਰੇਟ 100 ਰੁਪਏ ਕੋਈ ਵਧਾਉਂਦਾ ਹੈ ਤੇ ਉਦੋਂ ਉਹਨਾਂ ਤੇ ਪਰਚਾ ਹੋ ਜਾਂਦਾ ਹੈ। ਤੇ ਇਹਨਾਂ ਦੇ ਖਿਲਾਫ ਕੋਈ ਪਰਚਾ ਸ਼ਰਚਾ ਨਹੀਂ? ਇਹਨਾਂ ਤੇ ਕੋਈ ਨਹੀਂ, ਇਹਨਾਂ ਦਾ ਕੋਈ ਪਰਚਾ ਨਹੀਂ। ਮਸਲਾ ਵੀ ਚਾਹੀਦਾ ਹੈ ਗਵਰਨਮੈਂਟ ਨੂੰ ਵੀ ਜਿਹੜੇ ਇਹਨੂੰ ਪਾਕਿਸਤਾਨੀ ਸੀਡ ਇਹਨੂੰ ਬੜੇ ਅੱਛੇ ਹਨ ਹੁਣ, ਮੌਸਮੀ ਮੱਕੀ ਦੇ ਵੀ ਬਾਰੀਆ ਦੇ ਵੀ, ਲੇਕਿਨ ਉਹਨਾਂ ਦਾ ਇਤਬਾਰ ਕੋਈ ਨਹੀਂ। ਇਤਬਾਰ ਕੋਈ ਨਹੀਂ ਹੈਗਾ। ਹਾਂਜੀ। ਇਸ ਵਾਸਤੇ ਹੁਣ ਆਪਾਂ ਕਿਹੜਾ ਲਾਣਾ ਹੈ? ਇਹ ਹੁਣ ਮੈਂ ਲਾਉਂਦਾ ਆਪਣਾ 70-24। 70-24 ਇਹ ਨਵੀਂ ਵੈਰਾਈਟੀ ਹੈ? ਨਹੀਂ, ਇਹ ਡਿਕਾਲਬ ਦੀ ਪੁਰਾਣੀ ਵੈਰਾਈਟੀ। ਪੁਰਾਣੀ ਵੈਰਾਈਟੀ ਹੈ। ਇਹਦਾ ਹੁਣ ਕੀ ਰੇਟ ਹੈ? ਇਹ ਟਕਰਾ ਹੈ ਜੀ 17,400 ਦਾ। ਇਹ ਆਪਾਂ ਨੂੰ ਬੁਕਿੰਗ 'ਚ ਮਿਲਿਆ ਹੈ? ਨਹੀਂ, ਇਹ ਇਹਦਾ ਹੁਣ ਇਹ ਮਸਲਨਾ ਵੀ ਵੱਡਾ ਮਸ਼ਹੂਰ ਨਹੀਂ। ਇਹਨੂੰ ਪੁੱਛਦੇ ਘੱਟ ਨੇ। ਇਹ ਕਿਹੜਾ ਬੀ ਦੱਸਿਆ ਨੇ? 70-24। 70-24 ਇਹਦੀ ਡਿਕਾਲਬ ਦਾ ਇਹ ਵੀ ਚੰਗਾ ਸੀਡ ਹੈ। ਇਹਦੀ ਕਿੰਨੀ ਪੈਦਾਵਾਰ ਆ ਜਾਸੀ? ਇਹਨੂੰ ਟੌਪ ਦੇ ਸੀਡ ਪਹਿਲੇ ਨੰਬਰ ਤੇ 63 ਠਿੱਕੀ ਹੈ, ਜਿਹੜੇ ਅਜ਼ਮੂਦਾ ਹਨ ਮਸਲਨ ਆਪਾਂ ਦੂਸਰਿਆਂ ਦੀ ਗੱਲ ਨਹੀਂ ਕਰਦੇ ਪਹੁੰਚ ਦੁਨੀਆ ਦੇ ਵੀ ਅੱਛੇ ਹਨ। ਤੇ ਉਸ ਤੋਂ ਬਾਅਦ ਆਉਂਦਾ 63-17, ਉਸ ਤੋਂ ਬਾਅਦ ਆਉਂਦਾ 70-24। ਠੀਕ ਹੋ ਗਿਆ। ਤੇ ਅੱਛਾ ਜ਼ਫਰ ਖਾਨ 260 ਟਰੈਕਟਰ ਹੈ, ਹਾਂਜੀ। ਇਹ ਮੈਨੂੰ ਦੱਸੋ ਵੀ ਕਿਹੜਾ ਮਾਡਲ ਹੈ ਇਹ ਤੇ 17 ਮਾਡਲ ਹੈ। ਇਹਦੇ ਬਾਰੇ ਮਾਲੂਮਾਤ ਦਿਓ। ਤੇ ਇਹਨੂੰ ਜਿਹੜੇ ਟਾਇਰ ਪਾਏ ਹੋਏ ਨੇ ਇਹ 65 ਦੇ ਹਨ, 65 ਦੇ ਟਾਇਰ ਵਾਵਾ ਬਿਸ਼ਰਮ ਹੈ। ਅੱਛਾ, ਹਾਂਜੀ। ਇਹ ਤੁਹਾਨੂੰ ਪਾਸ ਨੇ? ਹਾਂਜੀ, ਇਹ ਚੰਗੇ ਟਾਇਰ ਹਨ। ਇਹ ਮਤਲਬ 85 HP ਜੋ 65 ਦੇ ਰਹੇ ਨੂੰ। ਅੱਛਾ, ਤੇ ਟਾਇਰ ਮਾਸ਼ਾਅੱਲਾ ਚੰਗੇ ਹਨ। ਚੰਗੇ ਨੇ। ਇਹ 17 ਮਾਡਲ ਹੈ ਤੇ ਹੁਣ ਮੇਰੇ ਖਿਆਲ 25 ਹੋ ਗਿਆ, ਮਤਲਬ ਵੀ 7ਵਾਂ ਸਾਲ ਹੈ। ਹਾਂਜੀ, ਇਹ ਤਕਰੀਬਨ ਕੋਈ 50-60 ਏਕੜ ਵਿੱਚ ਚੱਲਦਾ ਹੀ ਪਿਆ ਹੈ। ਅੱਛਾ, ਨਾਲ ਥੋੜਾ ਬਹੁਤਾ ਮੁੱਲ ਦਾ ਵੀ ਕਰ ਲੈਂਦੇ ਨੇ। ਠੀਕ ਹੈ। ਤੇ ਟਾਇਰ ਮਾਸ਼ਾਅੱਲਾ ਜੇ ਅੱਛਾ, ਇਹਦੀ ਗਸਾਈ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਇਹ ਟਾਇਰ ਨਾਲ ਸਾਰਿਆਂ ਚੋਂ
ਅੱਛਾ ਤੇ ਬੇਸ਼ਰਮ ਟਾਇਰ ਹੈ। ਅੱਛਾ, ਹਾਂਜੀ ਮਤਲਬ ਵੀ ਤੁਸੀਂ ਇਹਨੂੰ ਨਾ ਪਾਸ ਕਰਦੇ ਹੋ। ਇਹਨੂੰ ਵੇਖ ਲਓ ਜੀ ਨਾ ਤੇ ਇਹਨੂੰ ਆ ਟੋਕ ਸ਼ੋਕਾ ਦੂਸਰੇ ਟਾਇਰਾਂ ਨੂੰ ਆ ਜਾਂਦੇ ਨੇ ਇੱਥੇ ਹੀ ਜਰੀਆਂ ਜਈਆਂ ਤੇ ਇੱਥੇ ਤਰੇੜਾਂ ਪੈ ਜਾਂਦੀਆਂ ਨੇ। ਅੱਛਾ, ਇਹਨੇ ਨਾ ਤਰੇੜਾਂ ਇਹਨੂੰ ਨਾ ਟੋਕ ਇਹਨੂੰ ਨਾ ਮਤਲਬ ਵੀ ਤੇ ਜਿਸ ਨਾ ਤਰੀਕੇ ਟਾਇਰ ਗੁੱਡੀ ਫੁੱਲਿਆ। ਪਟੀ ਜਾਂਦੀ ਹੈ ਇੱਥੋਂ, ਹਾਂਜੀ। ਗੁੱਡੀ ਵੀ ਨਹੀਂ ਨਾ ਪਟੀ ਜੀ। ਟਾਇਰ ਫੁੱਲਿਆ ਕਿਧਰੋਂ। ਅੱਛਾ, ਨਾ ਫੁੱਲਿਆ ਹੈ। ਹਾਂ ਇਹ ਟਰਾਲੇ ਤੇ ਵੀ ਮਿੱਠਾ ਠੰਡਾ ਚੱਲਦਾ ਰਿਹਾ। ਟਰਾਲੇ ਤੇ ਵੀ ਚੱਲਦਾ ਵਧੀਆ। ਤੇ ਤੇ ਆਦਾ ਜਿਹੜਾ ਬੀਬੂ ਹੋਵੇ ਆਲੂਆਂ ਦਾ ਸਟੋਰ ਤੇ ਉਹ ਇਹਦੇ ਤੇ ਕਰੀਂਦਾ। ਦੱਸੋ ਵੀ ਇਹਦੀ ਕੋਈ ਗਾਰੰਟੀ ਵੀ ਹੈ? ਇਹਦੀ 5 ਸਾਲ ਦੀ ਵਾਰੰਟੀ ਹੈ ਲੇਕਿਨ ਕੋਈ ਕਲੇਮ ਆਇਆ ਇਹਦੇ। ਕਲੇਮ ਕੋਈ ਨਹੀਂ ਆਇਆ? ਹਾਂਜੀ ਤੇ ਕੀਮਤ ਦੇ ਲਿਹਾਜ਼ ਨਾਲ ਇਹ ਦੂਸਰੀਆਂ ਕੰਪਨੀਆਂ ਤੇ ਤਕਰੀਬਨ ਸਸਤੇ ਹੀ ਆਣ ਕੋਈ 25,000 ਰੁਪਏ। ਅੱਛਾ, ਇਹ ਟਾਇਰ ਸਸਤੇ ਹੀ ਹੈਗੇ ਨੇ। ਹਾਂਜੀ। ਤੇ ਸਾਡੇ ਕਿਸਾਨ ਭਾਈਆਂ ਨੂੰ ਕੀ ਮਸ਼ਵਰਾ ਦਿਓਗੇ? ਪੈਂਥਰ ਅੱਛੇ ਹਨ। ਪੈਂਥਰ ਅੱਛੇ ਨੇ, ਹਾਂਜੀ ਤੁਸੀਂ ਮੁਤਮਿਨ ਹੋ? ਇਨਸ਼ਾਅੱਲਾ। ਠੀਕ ਹੋ ਗਿਆ ਜ਼ਫਰ ਭਾਈ। ਤਾਂ ਚੈੱਕ ਕਰ ਲਓ ਜੀ ਦੋਸਤੋ, 2025 ਹੋ ਗਿਆ ਜੇ ਤੇ 17 ਮਾਡਲ ਟਰੈਕਟਰ ਹੈਗਾ ਜੀ। ਤੇ ਟਰੈਕਟਰ ਵੀ ਚੰਗਾ ਹੈ ਤੇ ਮਾਸ਼ਾਅੱਲਾ ਟਾਇਰ ਵੀ ਵਧੀਆ ਨੇ। ਠੀਕ ਹੋ ਗਿਆ ਜ਼ਫਰ ਭਾਈ, ਚਲਾਓ ਤੇ ਖਿਲਾਰਾ ਕਰੀਏ ਜਨਾਬ। ਤੇ ਜਿਸ ਤਰੀਕੇ ਤੁਸੀਂ ਫਰਮਾਇਆ ਹੈ ਵੀ 20 ਵਾਲਾ ਮਾਮਲਾ ਚੱਲਦਾ ਪਿਆ ਹੈ ਤੇ 17 ਚ ਵੀ ਦੱਸਿਆ ਨੇ 20 ਨਹੀਂ 70 ਚ ਵੀ 70 ਚ ਵੀ 70 ਚ ਵੀ ਇਹ ਵੀ ਅੱਛਾ। ਇਹ ਹੈ ਅਗੇਤਰੀ ਵੈਰਾਈਟੀ। ਅਗੇਤਰੀ ਵੈਰਾਈਟੀ। ਹਾਂਜੀ ਠੀਕ ਹੈ। ਇਹ ਤਕਰੀਬਨ ਨਾ ਜੀ 135 40 ਇਹ ਨਿਕਲ ਜਾਂਦਾ। 110 15 ਮਾਣੇ ਦੇ ਤੋਂ ਲਿਆ ਵੀ ਹੈ ਆਪਾਂ। ਜ਼ਿੰਦਾਬਾਦ, ਫਿਰ ਤਾਂ ਵਧੀਆ ਹੈ। ਤੇ ਦੋਸਤੋ ਜਿਸ ਤਰੀਕੇ ਜ਼ਫਰ ਬਾਈ ਨੇ ਆਖਿਆ ਲੋਕਲ ਬੀਜ ਜਿਹੜੇ ਨੇ ਉਹ ਬਿਲਕੁਲ ਨਹੀਂ ਲਾਵਣੇ ਨੇ, ਉਹਦਾ ਇਤਬਾਰ ਕੋਈ ਨਹੀਂ ਹੈਗਾ। ਤੇ ਜਿਸ ਤਰੀਕੇ ਤੁਹਾਨੂੰ ਪਤਾ ਵੀ ਖਾਦਾਂ ਮਹਿੰਗੀਆਂ ਨੇ, ਖਾਦਾਂ ਦੇ ਨਾਲ ਨਾਲ ਜਨਾਬ ਦਵਾਈਆਂ ਸਪਰੇ ਹਰ ਸ਼ੈ ਮਹਿੰਗੀ, ਲੇਕਿਨ ਜਿਹੜਾ ਹਿਸਾਬ ਕਿਤਾਬ ਹੈਗਾ ਹੈ ਝਾੜ ਪੈਦਾਵਾਰ ਦਾ, ਉਹ ਜਿਹੜੇ ਇੰਪੋਰਟਡ ਬੀਜ ਆਉਂਦੇ ਨੇ ਉਹਨਾਂ ਦਾ ਹੀ ਜ਼ਿਆਦਾ ਹੈ। ਤੇ ਬਸ ਇਹ ਹੈ ਵੀ ਹਕੂਮਤ ਨਾਕਾਮ ਹੈ। ਹਕੂਮਤ ਨੂੰ ਚਾਹੀਦਾ ਹੈ ਵੀ ਕੋਈ ਜਨਾਬ ਐਕਸ਼ਨ ਲਵਣ, ਖਾਸ ਕਰਕੇ ਜ਼ਖੀਰਾ ਅੰਦੋਜ਼ਾਂ ਦੇ ਖਿਲਾਫ। ਕਦੀ ਖਾਦ ਜ਼ਖੀਰਾ ਕਰ ਲੈਂਦੇ ਨੇ, ਕਦੀ ਬੀਜ ਜ਼ਖੀਰਾ ਕਰ ਲੈਂਦੇ ਨੇ, ਲੇਕਿਨ ਜਦੋਂ ਮੰਡੀ ਵਿੱਚ ਕਣਕ ਦਾ ਕੋਈ ਰੇਟ 100 ਰੁਪਈਆ ਵਪਾਰੀ ਵੱਧ ਲਾ ਲੈਂਦਾ ਹੈ ਤੇ ਉਹ ਆੜਤੀ ਦੇ ਖਿਲਾਫ ਪਰਚਾ ਹੋ ਜਾਂਦਾ ਹੈ। ਤੇ ਅਫਸੋਸ ਹੀ ਕੀਤਾ ਜਾ ਸਕਦਾ ਹੈ, ਕਿਉਂਕਿ ਕਿਸਾਨ ਅਗਰ ਤਕੜਾ ਹੋਵੇਗਾ ਤੇ ਪਾਕਿਸਤਾਨ ਦੀ ਜ਼ਰਾਅਤ ਤਕੜੀ ਹੋਵੇਗੀ, ਪਾਕਿਸਤਾਨ ਦੀ ਮੁਆਇਸ਼ਤ। ਕਿਸਾਨ ਕਮਜ਼ੋਰ ਹੋਇਆ ਤੇ ਫਿਰ ਮੁਆਇਸ਼ਤ ਕਮਜ਼ੋਰ ਹੋਵੇਗੀ ਤੇ ਫਿਰ ਸਮਝ ਲਓ ਵੀ ਤੁਹਾਡੀ ਆਵਾਮ ਜਿਹੜੀ ਹੈ ਉਹ ਵੀ ਕਮਜ਼ੋਰ ਹੋਵੇਗੀ। ਇਸ ਵਾਸਤੇ ਕਿਸਾਨ ਨੂੰ ਤਕੜਾ ਕੀਤਾ ਜਾਵੇ। ਕਿਸਾਨ ਤਕੜਾ ਹੋਵੇਗਾ, ਜ਼ਰਾਅਤ ਤਕੜੀ, ਉਸਦੀ ਮੁਆਇਸ਼ਤ ਤਕੜੀ ਹੋਵੇਗੀ ਤੇ ਪਾਕਿਸਤਾਨ ਤਰੱਕੀ ਕਰੇਗਾ। ਤੇ ਇਹ ਹੁਣ ਚੈੱਕ ਕਰ ਲਓ। ਬਾਅਦ ਦੋਸਤਾਂ ਨੇ ਤਾਂ ਇੱਕ ਰੂਟਾਵੇਟਰ ਦੀ ਤਰ੍ਹਾਂ ਦੀ ਇੱਕ ਫਿਰਕੀ ਜੀ ਬਣਾਈ ਹੁੰਦੀ ਹੈ, ਉਹ ਜਨਾਬ ਟਰਾਲੀਆਂ ਦੇ ਪਿੱਛੇ ਲੱਗੀ ਹੁੰਦੀ ਹੈ ਆਟੋਮੈਟਿਕ ਪੀਟੀਓ ਦੇ ਨਾਲ, ਉਹ ਸੁੱਟਦੀ ਜਾਂਦੀ ਹੈ। ਤੇ ਇਹ ਹੁਣ ਦੇਸੀ ਜਿਹਾ ਹਿਸਾਬ ਕਿਤਾਬ ਹੈ। ਤੇ ਇਨਸ਼ਾਅੱਲਾ ਤਾਲਾ ਇਸ ਤਰੀਕੇ ਵੀ ਕੰਮ ਹੋ ਜਾ ਸੀ। ਤੇ ਹੁਣ ਮੈਨੂੰ ਤੋਂ ਇਜਾਜ਼ਤ, ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।